सत श्री अकाल। मैं मिसिज बलवीर कौर बिरजलाल जिंदल DAV पब्लिक स्कूल जाखल मंडी तो जमात 11वीं पाठ पुस्तक वारती करिश्मा दा 6वां पाठ झज्जे कदे ना चुरमुरे लैके तुहाडे रूबरू हो रही हाँ, जिस दे लेखक हैं तारा सिंह अनजान। लेखक तारा सिंह अनजान लेख का आरंभ करदिआं लिखदा है कि कई बंदे झुरदे रहिंदे हन, पाप पछताउंदे रहिंदे हन। ਇਹ ਬੰਦੇ ਇਹ ਨਹੀਂ ਸੋਚਦੇ ਕਿ ਜਿਸ ਵਿਅਕਤੀ ਸਾਹਮਣੇ ਉਹ ਆਪਣਾ ਰੋਣਾ ਰੋ ਰਹੇ ਹਨ, ਭਾਵ ਆਪਣਾ ਦੁੱਖ ਦੱਸ ਰਹੇ ਹਨ, ਉਹ ਹਮਦਰਦੀ ਭਰਿਆ ਹੁੰਗਾਰਾ ਭਰ ਵੀ ਰਿਹਾ ਹੈ ਜਾਂ ਨਹੀਂ। ਇਹ ਬੰਦੇ ਐਵੇਂ ਉਸ ਕੇ ਦੁੱਖ ਫਰੋਲੀ ਜਾਣਗੇ। ਕਈ ਮੌਕੇ ਇੰਝ ਵੀ ਆਉਂਦੇ ਹਨ ਕਿ ਸੁਣਨ ਵਾਲਾ ਬੰਦਾ ਐਵੇਂ ਹਾਂ ਹਾਂ ਦਾ ਹੁੰਗਾਰਾ ਭਰੀ ਜਾਂਦਾ ਹੈ ਅਤੇ ਨਾਲ ਇਹ ਸੋਚੀ ਜਾਂਦਾ ਕਿ ਕਦੋਂ ਇਹ ਝੁਰਨਾ ਛੱਡੇ ਅਤੇ ਉਹ ਆਪਣੇ ਕੰਮ ਧੰਦੇ ਲੱਗੇ। ਪਛਤਾਉਣ ਵਾਲਿਆਂ ਨੂੰ ਜੇ ਕੋਈ ਸੁਣਨ ਵਾਲਾ ਵਿਅਕਤੀ ਨਹੀਂ ਲੱਭਦਾ ਤਾਂ ਉਹ ਆਪਣੇ ਆਪ ਨਾਲ ਹੀ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ। ਝੁਰਦਾ ਬੰਦਾ ਝੁਰਦਾ ਕਦੋਂ ਹੈ? ਇਹ ਸਵਾਲ ਦਾ ਉੱਤਰ ਦਿੰਦਿਆਂ ਵੀ ਲੇਖਕ ਲਿਖਦਾ ਕਿ ਜਦੋਂ ਕਿਸੇ ਦੂਸਰੇ ਵਿਅਕਤੀ ਨੂੰ ਆਪਣੇ ਆਪ ਜਦੋਂ ਇੱਕ ਵਿਅਕਤੀ ਦੂਸਰੇ ਵਿਅਕਤੀ ਨੂੰ ਆਪਣੇ ਆਪ ਖੁਦ ਅਮੀਰ, ਆਪਣੇ ਆਪ ਤੋਂ ਅਮੀਰ, ਆਪਣੇ ਆਪ ਤੋਂ ਸਿਆਣਾ, ਇੱਜ਼ਤ ਵਾਲਾ ਅਤੇ ਚੰਗੇ ਅਹੁਦੇ 'ਤੇ ਲੱਗਿਆ ਦੇਖਦਾ ਹੈ। ਝੁਰਨ ਵਾਲੇ ਬੰਦਾ ਝੁਰਦਾ ਹੈ ਉਸ ਵੱਲ ਦੇਖ ਕੇ। ਜਦੋਂ ਇਹ ਦੇਖਦਾ ਹੈ ਕਿ ਉਸਦੇ ਜੰਮੇ ਪਲੇ ਭਾਵ ਉਸਦੇ ਹਮ ਉਮਰ ਸੁੱਖ ਮਾਣ ਰਹੇ ਹਨ, ਉਹਨਾਂ ਕੋਲ ਚੰਗਾ ਘਰ ਹੈ, ਉਹਨਾਂ ਦੇ ਘਰ ਦੇ ਵਿੱਚ ਹਰ ਸੁੱਖ ਸਾਧਨ ਹਨ, ਉਸਦੇ ਬੱਚੇ ਵੀ ਆਗਿਆਕਾਰੀ ਹਨ, ਕੋਈ ਡਾਕਟਰ ਬਣ ਗਿਆ ਹੈ, ਕੋਈ ਵੱਡਾ ਅਫਸਰ ਬਣ ਗਿਆ ਹੈ, ਇਹ ਚੀਜ਼ਾਂ ਨੂੰ ਵੇਖ ਕੇ ਉਹ ਜਿਹੜਾ ਹੈ ਝੁਰਦਾ ਰਹਿੰਦਾ ਹੈ। ਉਹ ਸੋਚਦਾ ਹੈ ਕਿ ਮੇਰੇ ਬੱਚੇ ਕੋਈ ਪੜ੍ਹੇ ਨਹੀਂ ਜਾਂ ਕਿਸੇ ਵੀ ਅਹੁਦੇ 'ਤੇ ਅਫਸਰ ਨਹੀਂ ਬਣੇ ਹਨ। ਆਪਣੀ ਗੱਲ ਨੂੰ ਅੱਗੇ ਤੋਰਦਿਆਂ ਹੋਇਆ ਲੇਖਕ ਲਿਖਦਾ ਹੈ ਕਿ ਪਛਤਾਉਣ ਵਾਲਾ ਵਿਅਕਤੀ ਇਹ ਵੀ ਵੇਖਦਾ ਹੈ ਕਿ ਉਸ ਨਾਲ ਪੜ੍ਹਾਈ ਕਰਨ ਵਾਲਾ ਮੁੰਡਾ ਅੱਜ ਵਕੀਲ, ਪ੍ਰੋਫੈਸਰ ਜਾਂ ਵੱਡਾ ਅਫਸਰ ਲੱਗ ਗਿਆ ਹੈ ਅਤੇ ਉਹ ਖੁਦ ਕੁਝ ਵੀ ਨਹੀਂ। ਪਰੰਤੂ ਇਹ ਨਹੀਂ ਸੋਚਦਾ ਕਿ ਸਕੂਲ ਵਿੱਚ ਪੜ੍ਹਦੇ ਉਹਨੇ ਕਿੰਨੀ ਕੁ ਮਿਹਨਤ ਕੀਤੀ ਸੀ, ਕਿ ਉਹ ਸਕੂਲ ਜਾਂਦਾ ਸੀ, ਕਿ ਉਹ ਸਕੂਲ ਤੋਂ ਭੱਜ ਕੇ ਤਾਂ ਨਹੀਂ ਸੀ ਆ ਜਾਂਦਾ, ਕਿ ਉਹ ਸਕੂਲ ਜਾ ਕੇ ਲੜਾਈਆਂ ਤਾਂ ਨਹੀਂ ਸੀ ਕਰਦਾ, ਉਹ ਸਕੂਲ ਵੱਲੋਂ ਬੇਪਰਵਾਹ ਤਾਂ ਨਹੀਂ ਸੀਗਾ, ਕਿ ਉਸਨੇ ਇੱਕ ਕਲਾਸ ਵਿੱਚ ਕਈ ਸਾਲ ਤਾਂ ਨਹੀਂ ਲਗਾਏ, ਕਿ ਉਹ ਸਕੂਲ ਜਾਂ ਕਾਲਜ ਜਾ ਕੇ ਰਾਜਨੀਤੀ ਵਿੱਚ ਤਾਂ ਨਹੀਂ ਸੀ ਪੈ ਗਿਆ, ਕਿ ਉਸਨੇ ਪੜ੍ਹਾਈ ਨੂੰ ਵੀ ਮਹੱਤਤਾ ਦਿੱਤੀ ਹੈ ਜਾਂ ਨਹੀਂ, ਕਿ ਉਹ ਖੁਦ ਨੂੰ, ਅਧਿਆਪਕ ਨੂੰ ਜਾਂ ਮਾਪਿਆਂ ਨੂੰ ਕੋਈ ਧੋਖਾ ਤਾਂ ਨਹੀਂ ਦੇ ਰਿਹਾ। ਇਹ ਸਭ ਚੀਜ਼ਾਂ ਉਹ ਬਿਨਾਂ ਜਾਣੇ ਹੀ ਦੂਜਿਆਂ ਉੱਤੇ ਸੜਨਾ ਜਾਂ ਈਰਖਾ ਕਰਦਾ ਰਹਿੰਦਾ ਹੈ। ਲੇਖਕ ਆਖਦਾ ਹੈ ਕਿ ਐਸੇ ਵਿਅਕਤੀ ਦੂਜਿਆਂ ਨੂੰ ਲੋਕਾਂ ਵੱਲੋਂ ਦਿੱਤੇ ਜਾਂਦੇ ਆਦਰ ਮਾਣ ਨੂੰ ਦੇਖ ਕੇ ਵੀ ਝੁਰਦਾ ਰਹਿੰਦਾ ਹੈ। ਪਛਤਾਵਾ ਕਰਨ ਵਾਲਾ ਦੂਜੇ ਦੇ ਵਿਹੜੇ ਵਿੱਚ ਪੋਤੇ ਪੋਤਰੀਆਂ ਖੇਡਦੇ ਵੇਖ ਕੇ ਵੀ ਸੜਦਾ ਰਹਿੰਦਾ ਹੈ। ਉਹ ਸੋਚਦਾ ਹੈ ਕਿ ਉਸ 'ਤੇ 30-40 ਸਾਲ ਦੇ ਬੱਚੇ ਹੋ ਗਏ ਹਨ ਜੋ ਜੇ ਵਿਆਹੇ ਨਹੀਂ ਗਏ ਹਨ, ਜੇ ਕੋਈ ਵਿਆਹਿਆ ਹੈ ਤਾਂ ਉਹ ਵੀ ਉਸ ਤੋਂ ਅੱਡ ਹੋ ਗਿਆ ਹੈ। ਇਸੇ ਤਰ੍ਹਾਂ ਲੇਖਕ ਲਿਖਦਾ ਹੈ ਕਿ ਰਾਜਨੀਤਿਕ ਨੇਤਾ ਨੇ ਜਿਹੜਾ ਉਹ ਵੀ ਝੁਰਦੇ ਹਨ, ਜਿਸ ਦੀ ਕਿਸੇ ਸਮੇਂ ਬਹੁਤ ਪ੍ਰਸਿੱਧੀ ਸੀ ਅਤੇ ਹੁਣ ਉਹਨਾਂ ਦੀ ਪ੍ਰਸਿੱਧੀ ਨਹੀਂ ਹੈ, ਉਹ ਇਸ ਲਈ ਝੁਰਦੇ ਰਹਿੰਦੇ ਹਨ ਕਿਉਂਕਿ ਉਹਨਾਂ ਦੀ ਹਰ ਪਾਸੇ ਚੱਲਦੀ ਸੀ, ਹੁਣ ਉਹਨਾਂ ਦੀ ਚੱਲਦੀ ਨਹੀਂ ਹੈ। ਹੁਣ ਉਹ ਇੱਕ ਸਮੇਂ ਇੱਕ ਤਰ੍ਹਾਂ ਦੇ ਨੁੱਕਰੇ ਹੀ ਲੱਗ ਗਏ ਹਨ। ਅੱਜ ਉਹ ਚੋਣਾਂ 'ਚ ਹਾਰ ਗਏ ਹਨ ਅਤੇ ਉਸ ਦੇ ਸਾਥੀ ਉਸਦਾ ਸਾਥ ਛੱਡ ਗਏ ਹਨ। ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਹਨ ਰਾਜਨੀਤਿਕ ਪਾਰਟੀ ਦੇ ਵਿੱਚ, ਉਹ ਪਾਰਟੀ ਦੇ ਜੇ ਹੁੰਦੇ ਨੇ ਪਾਰਟੀ ਨੂੰ ਹਮੇਸ਼ਾ ਉਹ ਝੁਰਦੇ ਹੀ ਰਹਿੰਦੇ ਹਨ। ਉਹਨਾਂ ਨੂੰ ਉਸ ਦੇ ਪਛਤਾਵੇ ਤੋਂ ਵੀ ਉਹ ਦੂਰ ਰਹਿਣਾ ਚਾਹੁੰਦੇ ਹਨ, ਭਾਵ ਕਿ ਉਹਦੇ ਨੇੜੇ ਵੀ ਨਹੀਂ ਆਉਣਾ ਚਾਹੁੰਦੇ। ਦੂਜੇ ਪਾਸੇ ਐਸੇ ਰਾਜਨੇਤਾ ਵੀ ਹਨ ਜਿਹੜੇ ਪਾਰਟੀ ਦੇ ਹਾਰਨ ਦੇ ਬਾਵਜੂਦ ਆਪਣਾ ਆਦਰ ਮਾਣ ਕਾਇਮ ਰੱਖਦੇ ਹਨ। ਵਡੇਰੀ ਉਮਰ ਕਰਕੇ ਹੀ ਉਹਨਾਂ ਦਾ ਮਾਣ ਵੱਧ ਹੋ ਜਾਂਦਾ ਹੈ, ਉਹਨਾਂ ਨੂੰ ਭਾਰਤ ਰਤਨ ਵਰਗੇ ਸਨਮਾਨ ਵੀ ਮਿਲਦੇ ਹਨ। ਇਸੇ ਤਰ੍ਹਾਂ ਹੈ ਸਾਹਿਤ ਦੇ ਖੇਤਰ ਵਿੱਚ ਵੀ ਵੇਖਿਆ ਜਾਂਦਾ ਹੈ ਕਿ ਜਿਹੜੇ ਸਾਹਿਤਕਾਰ ਉਹ ਝੁਰਦੇ ਹਨ। ਕਿਸੇ ਦੀ ਚੰਗੀ ਲਿਖਤ ਵੇਖ ਕੇ, ਚੰਗੀ ਕਿਸੇ ਦੀ ਕੋਈ ਅਜਿਹੀਆਂ ਲਿਖਤਾਂ ਜਿਹੜੀਆਂ ਨੇ ਵੇਖ ਕੇ ਉਹ ਝੁਰਦੇ ਰਹਿੰਦੇ ਹਨ, ਪਰ ਉਹ ਖੁਦ ਨਹੀਂ ਸੋਚਦੇ ਕਿ ਜੋ ਉਹ ਆਪ ਲਿਖਦੇ ਹਨ ਕਿ ਉਹ ਸਹੀ ਹੈ, ਕਿ ਉਹਨਾਂ ਦੀ ਲਿਖੀ ਹੋਈ ਕਲਮ ਦੇ ਨਾਲ ਕੀਤਾ ਹੋਇਆ ਕੰਮ ਜਿਹੜਾ ਹੈ ਉਹ ਸਲਾਹੁਣਯੋਗ ਹੈ। ਇਹ ਸਭ ਉਹ ਨਹੀਂ ਵੇਖਦੇ। ਅੱਗੇ ਕਵੀ ਲਿਖਦਾ ਹੈ ਕਿ ਇੱਕ ਮਟਿਆਰ ਵੀ ਜਿਹੜੀ ਹੈ ਉਹ ਝੁਰਦੀ ਹੈ। ਲੇਖਕ ਕਿੱਦਾਂ ਹੈ ਕਿ ਮਟਿਆਰ ਵਿੱਚ ਈਰਖਾ ਅਤੇ ਸਾੜਾ ਦੀ ਭਾਵਨਾ ਹੁੰਦੀ ਹੈ। ਜਦੋਂ ਇੱਕ ਮਟਿਆਰ ਜਵਾਨ ਹੋ ਜਾਂਦੀ ਹੈ ਅਤੇ ਜਵਾਨ ਤੋਂ ਬੁੱਢੀ ਹੁੰਦੀ ਹੈ ਅਤੇ ਇਕੱਲੀ ਰਹਿ ਜਾਂਦੀ ਹੈ, ਉਸਦਾ ਵਿਆਹ ਨਹੀਂ ਹੁੰਦਾ ਅਤੇ ਉਹ ਇਸ ਆਪਣੀ ਜ਼ਿੰਦਗੀ ਨੂੰ ਵੇਖ ਕੇ ਝੁਰਦੀ ਹੁੰਦੀ ਹੈ। ਉਸ ਨੂੰ ਪਛਤਾਵਾ ਤਾਂ ਪਤਾ ਨਹੀਂ ਹੁੰਦਾ ਜਾਂ ਨਹੀਂ, ਪਰੰਤੂ ਆਪਣੇ
ਹਾਣ ਦੀਆਂ ਉਹਨਾਂ ਦੀਆਂ ਔਰਤਾਂ ਨੂੰ ਵੇਖ ਕੇ ਝੁਰਦੀ ਹੈ, ਈਰਖਾ ਵਿੱਚ ਸੜਦੀ ਹੈ। ਜੋ ਆਪਣੇ ਪਤੀ, ਬਾਲ ਬੱਚਿਆਂ ਨਾਲ ਖੁਸ਼ੀ ਮਾਣ ਰਹੀਆਂ ਹੁੰਦੀਆਂ ਹਨ, ਉਹਨਾਂ ਔਰਤਾਂ ਦੀ ਜ਼ਿੰਦਗੀ ਨੂੰ ਵੱਖ-ਵੱਖ ਸਵਾਦਾਂ ਨੂੰ ਉਹ ਮਾਣ ਰਹੀਆਂ ਹੁੰਦੀਆਂ ਹਨ, ਅਤੇ ਉਸ ਜਿਹੜੀ ਉਹਨੂੰ ਵੇਖ ਕੇ ਉਹ ਔਰਤ ਜਿਹੜੀ ਸੜਦੀ ਰਹਿੰਦੀ ਹੈ। ਲੇਖਕ ਆਖਦਾ ਹੈ ਕਿ ਇਸ ਤਰ੍ਹਾਂ ਹੀ ਧਾਰਮਿਕ ਆਗੂ ਹਨ। ਧਾਰਮਿਕ ਆਗੂ ਵੀ ਜਿਹੜੇ ਹਨ ਉਹ ਝੁਰਦੇ ਰਹਿੰਦੇ ਹਨ। ਜਿਹੜੇ ਆਪਣੀ ਜਗ੍ਹਾ ਤਾਂ ਸੰਭਾਲ ਨਹੀਂ ਸਕਦੇ, ਭਾਵ ਉਹਨਾਂ ਨੂੰ ਮਿਲਿਆ ਮਾਨ ਤਾਨ ਉਹ ਕਾਇਮ ਨਹੀਂ ਰੱਖ ਸਕਦੇ, ਉਹਨਾਂ ਦਾ ਕਾਰਨ ਪੈਦਾ ਹੋਈ ਜਿਹੜੀ ਖਾਲੀ ਥਾਂ ਹੈ ਉਹ ਭਰਨ ਲਈ ਜਦੋਂ ਦੁਬਾਰਾ ਦੂਜੇ ਵਿਅਕਤੀ ਨੂੰ ਰੱਖਿਆ ਜਾਂਦਾ ਹੈ ਤਾਂ ਉਸ ਨਾਲ ਈਰਖਾ ਰੱਖਦੇ ਹਨ। ਐਸਾ ਵਿਅਕਤੀ ਭਜਨ, ਬੰਦਗੀ, ਪਾਠ, ਪੂਜਾ ਤਾਂ ਕਰਦੇ ਹਨ, ਸੁੱਚ ਸੁਧਾਈ ਵੀ ਰੱਖਦੇ ਹਨ, ਪਰੰਤੂ ਮਨ ਅੰਦਰੋਂ ਜਿਹੜੀ ਨਫ਼ਰਤ ਦੀ ਭਾਵਨਾ ਅਤੇ ਈਰਖਾ ਉਹ ਨਹੀਂ ਛੱਡਦੇ। ਉਹਨਾਂ ਲੋਕਾਂ ਨੂੰ ਈਰਖਾ ਦੀ ਅੱਗ ਹੀ ਸਾੜ ਕੇ ਉਹਨਾਂ ਨੂੰ ਸਵਾਹ ਕਰ ਦਿੰਦੀ ਹੈ। ਇੱਥੇ ਪੰਜਵੇਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ, ਚੁਰਤ ਚੁਰਤ ਸਤ ਕਮੋਇਆ ਜਾ ਕੇ ਰਿਦੇ ਹੋਤ ਬੋ ਬੀਆ। ਇਸ ਦਾ ਭਾਵ ਹੈ ਕਿ ਬੰਦਾ ਜਿਸ ਦੇ ਦਿਲ ਅੰਦਰ ਹੋਰ ਕਿਸੇ ਦੀ ਪ੍ਰੀਤ ਹੈ, ਪਰਮਾਤਮਾ ਦੀ ਪ੍ਰੀਤ ਨਹੀਂ, ਸਗੋਂ ਸੰਸਾਰਿਕ ਪਦਾਰਥਾਂ ਦੀ ਪ੍ਰੀਤ ਹੈ, ਬੜੇ ਪਛਤਾਵੇ ਅਤੇ ਗਮ ਅੰਦਰ ਉਹੀ ਮਰ ਜਾਂਦੇ ਹਨ। ਇਸੇ ਤਰ੍ਹਾਂ ਲੇਖਕ ਲਿਖਦਾ ਹੈ ਕਿ ਝੁਰਨ, ਪਛਤਾਉਣ ਅਤੇ ਈਰਖਾ ਵਿੱਚ ਸੜਨ ਵਾਲੇ ਵਿਅਕਤੀ ਤੋਂ ਹੋਰਨਾਂ ਖੇਤਰਾਂ ਵਿੱਚ ਵੀ ਇਹ ਜਿਹੜੇ ਨੇ ਮਿਲਦੇ ਹਨ। ਜੇਕਰ ਉਹ ਚਾਹੁਣ ਤਾਂ ਬੀਤ ਚੁੱਕੇ ਸਮੇਂ ਤੋਂ ਸਿੱਖਿਆ ਲੈ ਕੇ ਅੱਗੇ ਲਈ ਠੀਕ ਰਸਤਾ ਅਪਣਾ ਸਕਦੇ ਹਨ, ਪਰੰਤੂ ਅਜਿਹਾ ਨਹੀਂ ਹੁੰਦਾ। ਇਹ ਲੋਕ ਤਾਂ ਸੋਚਦੇ ਹਨ ਕਿ ਅਸੀਂ ਹਮੇਸ਼ਾ ਹੀ ਠੀਕ ਹਾਂ, ਉਹਨਾਂ ਨੂੰ ਸੁਧਾਰ ਦੀ ਕੋਈ ਜ਼ਰੂਰਤ ਹੀ ਨਹੀਂ ਹੈ, ਨਾ ਹੀ ਉਹਨਾਂ ਵਿੱਚ ਸਵੈ ਪੜਚੋਲ ਕਰਨ ਦੀ ਕੋਈ ਲੋੜ ਹੈ। ਭਾਵ ਕਿ ਉਹ ਸਮਝਦੇ ਹਨ ਕਿ ਉਹਨਾਂ ਨੂੰ ਖੁਦ ਵਿੱਚ ਪਰਖ ਕਰਨ ਦੀ ਬਿਲਕੁਲ ਵੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ। ਜੋ ਦੂਜੇ ਲੋਕ ਸੁੱਖ ਭੋਗ ਰਹੇ ਹਨ, ਉਹ ਅਣਚਾਹੀਆਂ ਭਾਵ ਗੈਰ ਜ਼ਰੂਰੀ ਅਤੇ ਅਜਿਹੇ ਅਣਚਾਹੇ ਫਾਇਦੇ ਉਹ ਲੈ ਰਹੇ ਹਨ। ਜੋ ਸੁੱਖ ਦੂਸਰਿਆਂ ਨੂੰ ਮਿਲ ਰਹੇ ਹਨ, ਉਹ ਉਹਨਾਂ ਦੀ ਅਕਲ ਜਾਂ ਤਾਕਤ ਕਰਕੇ ਨਹੀਂ ਮਿਲੇ, ਸਗੋਂ ਉਹਨਾਂ ਨੂੰ ਕੁਝ ਛੋਟਾ ਕਰਕੇ ਮਿਲੇ ਹਨ, ਜੋ ਕਿ ਉਸਦੇ ਹੱਕਦਾਰ ਹਨ। ਜੋ ਵਿਅਕਤੀ ਪਛਤਾਉਂਦੇ ਅਤੇ ਸੜਦੇ ਰਹਿੰਦੇ ਹਨ, ਉਹ ਇਹ ਜ਼ਰਾ ਵੀ ਨਹੀਂ ਸੋਚਦੇ ਕਿ ਉਹਨਾਂ ਦੀ ਇਹ ਕਿਰਿਆ ਜੋ ਹੈ ਝੁਰਨ ਵਾਲੀ, ਇਹ ਕਿਸੇ ਦਾ ਭਲਾ ਨਹੀਂ ਕਰ ਰਹੀ, ਕਿ ਇਸ ਨਾਲ ਨਾ ਕਿਸੇ ਪਰਿਵਾਰ, ਨਾ ਸਮਾਜ, ਨਾ ਕੌਮ, ਸੰਸਾਰ ਕਿਸੇ ਦਾ ਵੀ ਭਲਾ ਨਹੀਂ ਹੋ ਰਿਹਾ। ਇਹ ਨਹੀਂ ਤਾਂ ਘੱਟੋ ਘੱਟ ਉਹ ਇਹ ਸੋਚ ਲਵੇ ਕਿ ਇਸ ਨਾਲ ਉਸ ਨੂੰ ਖੁਦ ਨੂੰ ਕੀ ਲਾਭ ਹੋ ਰਿਹਾ ਹੈ, ਕਿ ਇਸ ਸੜਨ ਦੇ ਨਾਲ ਉਸ ਦਾ ਜਿਹੜਾ ਜੀਵਨ ਸੁਖੀ ਹੋ ਰਿਹਾ ਹੈ, ਜਾਂ ਜੋ ਇਹ ਕਰ ਰਿਹਾ ਹੈ ਕਿ ਉਹ ਠੀਕ ਕੰਮ ਕਰ ਰਿਹਾ ਹੈ। ਨਹੀਂ, ਇਹ ਕੁਝ ਵੀ ਠੀਕ ਨਹੀਂ ਹੋ ਰਿਹਾ, ਨਾ ਉਸ ਦੀ ਭਲਾਈ ਹੋ ਰਹੀ ਅਤੇ ਨਾ ਕਿਸੇ ਦੁਨੀਆ ਦੀ ਇਸ ਵਿੱਚ ਭਲਾਈ ਹੋ ਰਹੀ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਝੁਰਨ ਵਾਲੇ ਵਿਅਕਤੀ ਬਾਰੇ ਲਿਖਿਆ ਹੈ, ਝੱਜੇ ਕਦੇ ਨਾ ਚੁਰ ਮੁੜੇ, ਸਤਿਗੁਰ ਕਾ ਉਪਦੇਸ਼ ਸੁਣ ਲੈ ਤੂੰ ਵੀ ਖਾ, ਸਤਿਗੁਰ ਬਾਝੋ ਗੁਰ ਨਹੀਂ ਕੋਈ, ਨਿਰਗੁਰੇ ਕਾ ਹੈ ਨਾਉ ਬੁਰਾ। ਇਸੇ ਤਰ੍ਹਾਂ ਫਿਰ ਲੇਖਕ ਲਿਖਦਾ ਹੈ ਕਿ ਝੁਰਨ ਵਾਲੇ ਬੰਦੇ ਨੂੰ ਪਰਮਾਤਮਾ ਵੱਲੋਂ ਜੋ ਕੁਝ ਵੀ ਮਿਲਿਆ ਹੈ, ਜੋ ਉਸ 'ਤੇ ਉਹਨੂੰ ਸੰਤੁਸ਼ਟ ਹੋਣਾ ਪਵੇਗਾ, ਕਿਉਂਕਿ ਉਹ ਪਰਮਾਤਮਾ ਹੀ ਸਭਨਾਂ ਜੀਵਾਂ ਨੂੰ ਰੋਜੀ ਰੋਟੀ ਦੇ ਰਿਹਾ ਹੈ। ਇਸ ਗੱਲ ਨੂੰ ਸਮਝਾਉਣ ਲਈ ਲੇਖਕ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ, ਝੱਜੇ ਚੁਰ ਮਰੋ ਕਿਆ ਪ੍ਰਾਣੀ, ਜੋ ਕੁਛ ਦੇਣਾ ਸੋ ਦੇ ਰਿਹਾ, ਦੇ ਦੇ ਵੇਖੇ ਹੁਕਮ ਚਲਾਏ, ਜੂੰ ਜੀਆ ਕਾ ਰਿਜ਼ਕ ਪਾਇਆ। ਲੇਖ ਦੇ ਅੰਤ ਵਿੱਚ ਲੇਖਕ ਇਹ ਉਦਾਹਰਨ ਦਿੰਦਾ ਲਿਖਦਾ ਹੈ ਕਿ ਇੱਕ ਝੁਰਨ ਵਾਲੇ ਵਿਅਕਤੀ ਬਾਰੇ ਸੁਣਿਆ ਹੈ ਕਿ ਉਹ ਕਿਸੇ ਹੋਰ ਦੇ ਖੇਤ ਦੀ ਵੱਟ ਕੋਲ ਖੜਾ ਹੋ ਕੇ ਸੋਚ ਰਿਹਾ ਹੈ ਕਿ ਉਸ ਦੀ ਇੰਨੀ ਹਰੀ ਭਰੀ ਹਰਿਆਦੀ ਫਸਲ ਕਿਵੇਂ ਹੋ ਗਈ ਹੈ। ਇਸ ਨੂੰ ਦੇਖ ਕੇ ਭੁੱਖ ਹੀ ਨਹੀਂ ਲੈਂਦੀ। ਉਸਨੇ ਇਹ ਗੱਲ ਕਿਉਂ ਨਹੀਂ ਸੋਚਦਾ ਕਿ ਉਹ ਮੂਰਖ, ਕਿ ਉਸਦੀ ਮਿਹਨਤ ਦਾ ਨਤੀਜਾ ਹੈ। ਉਸਨੇ ਗੱਲ ਕੋਲੋਂ ਲੰਘਦੇ ਇੱਕ ਵਿਅਕਤੀ ਨਾਲ ਜਦੋਂ ਇਹ ਸਾਂਝੀ ਕੀਤੀ ਤਾਂ ਉਸ ਵਿਅਕਤੀ ਨੇ ਅੱਗੋਂ ਜਵਾਬ ਦਿੱਤਾ ਕਿ ਮੂਰਖਾ, ਝੁਰਦਾ ਕਿਉਂ ਹੈ, ਤੇਰੀ ਫਸਲ ਇਸ ਤੋਂ ਵੀ ਵਧੀਆ ਹੋ ਸਕਦੀ ਹੈ। ਤੂੰ ਜਾ ਆਪਣੇ ਖੇਤ ਨੂੰ ਵਾਹ, ਉਸ ਦੇ ਉੱਤੇ ਮਿਹਨਤ ਕਰ, ਬੀਜ ਪਾ ਅਤੇ ਉਹਦੀ ਚੰਗੀ ਸੰਭਾਲ ਕਰ, ਤਾਂ ਤੇਰੀ ਫਸਲ ਇਸ ਤੋਂ ਵੀ ਵਧੀਆ ਹੋ ਜਾਵੇਗੀ। ਇਸ ਲਈ ਝੁਰਨਾ ਛੱਡ ਦਿਓ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਵੀ ਸਾਡੇ ਸ਼ਬਦ ਵਿੱਚ ਇਹੀ ਫਰਮਾਇਆ ਹੈ ਕਿ ਝੁਰੋ ਨਾ, ਕਿਸੇ ਨੂੰ ਵੇਖ ਕੇ ਝੁਰੋ ਨਾ। ਜੋ ਪਰਮਾਤਮਾ ਨੇ ਦਿੱਤਾ ਹੈ ਉਸ 'ਤੇ ਸਮਰ ਅਤੇ ਸੰਤੁਸ਼ਟੀ ਕਰਨੀ ਚਾਹੀਦੀ ਹੈ। ਧੰਨਵਾਦ।